ਮੈਂ ਮਜ਼ਦੂਰ ਦੇ ਇੱਕ ਪੈਰ ਵਾਲੀ ਚਿੱਤਰ ਬਣਾਇਆ ਸੀ ਤਾਂ ਉਹ ਮੇਰੀਆਂ ਇੰਟਰਵਿਊਜ਼ ਸਾਊਥ ਇੰਡੀਆ ਦੇ ਕੁਝ ਰੇਡੀਓਜ਼ ਵਾਲਿਆਂ ਨੇ ਵੀ ਕੀਤੀਆਂ, ਜਿਨ੍ਹਾਂ ਨੂੰ ਨਾ ਹਿੰਦੀ ਆਉਂਦੀ ਸੀ ਤੇ ਨਾ ਪੰਜਾਬੀ। ਅਸੀਂ ਬੜੇ ਔਖੇ ਫਿਰ ਹਿੰਦੀ ਤੇ ਇੰਗਲਿਸ਼ ਨੂੰ ਮਿਕਸ ਕਰਕੇ ਕੀਤਾ, ਉਹਨਾਂ ਨੇ ਨਾਲ ਟਰਾਂਸਲੇਟ ਕਰਕੇ ਉੱਥੇ ਸੁਣਾਈਆਂ ਇੰਟਰਵਿਊਜ਼। ਟਵਿੱਟਰ ਦਾ ਅਕਾਊਂਟ ਹੀ ਬਲੌਕ ਕਰ ਦਿੱਤਾ ਗਿਆ। ਟਵਿੱਟਰ ਵੱਲੋਂ ਮੈਨੂੰ ਲੈਟਰ ਆਇਆ ਕਿ ਤੁਹਾਡਾ ਇੰਡੀਅਨ ਗਵਰਨਮੈਂਟ ਵੱਲੋਂ ਤੁਹਾਡੇ ਖਿਲਾਫ ਕੰਪਲੇਂਟ ਹੈ ਕਿ ਤੁਸੀਂ ਭਾਰਤੀ ਕਾਨੂੰਨ ਨੂੰ ਫੋਲੋ ਨਹੀਂ ਕਰ ਰਹੇ। ਮੈਂ ਇੱਕ ਕਹਾਵਤ ਹੈ ਜੀ ਕਿ ਤੂੰ 100 ਗੰਢੇ ਖਾਣੇ ਆ ਕਿ 100 ਛਿੱਤਰ ਖਾਣੇ ਆ। ਉਹ ਕਹਿੰਦਾ ਨਹੀਂ 100 ਗੰਢੇ ਖਾਣੇ ਆ, ਪਰ ਫਿਰ ਗੰਢੇ ਖਾਦੇ ਨਹੀਂ ਗਏ। ਫਿਰ ਕਹਿੰਦਾ ਛਿੱਤਰ ਲਾ ਲਓ। ਫਿਰ ਅੱਧ 'ਚ ਜੇ ਛਿੱਤਰ ਪਏ 50, ਕਹਿੰਦਾ ਜੀ ਗੰਢੇ ਕੀ ਦੇ ਦਿਓ ਬਾਕੀ ਦੇ। कहते जब ना केरला में मुझे रामानंद कौर बोलते हैं, सभी रामानंद कौर बोलते। तो फिर उन्होंने नाल क्या कि ये इसलिए बोलते हैं कि मैं पंजाब की इधर आवाज़ उठाती हूँ, और कहते मैंने इन लोगों को पहले ही बोल दिया था कि कोई ये काम कर सकता है तो वो पंजाबी कर सकते हैं। तो कहते मुझे यकीन है कि ये वापस होंगे कानून, और ये पंजाबी अब आए हैं ना आगे, अब ये वापस करवा के घर जाएंगे। वो कहता यार इन्हां ने जदों तक ये नहीं ना ढिल्ली छड्डणगे डोरी इन्हां दी, इन्हें कित्थों वापस करने है ना। वो मैनू इस गल दी बहुत खुशी है हुण, पर सोचण वाली गल है कि की वो पोलीटिकल अवेयरनैस कंटिन्यू हो के पंजाब दीआं विच आउण वालीआं चोणां च काम करूगी कि नहीं, कि असीं फिर उही लोग बन जाएंगे जो हुण हालत चल रही है इलैक्शनस दे दौर। ਤੁਸੀਂ ਚਿੱਤਰ ਦੀ ਗੱਲ ਕਰ ਰਹੇ ਹੋ ਉਹ ਯੂਨਿਟੀ ਨੂੰ ਲੈ ਕੇ ਹੋ ਸਕਦਾ ਹੈ। ਮੈਂ ਜੇ ਗੈਸ ਕਰ ਰਿਹਾ ਯੂਨਿਟੀ ਜਿਹੜੀ ਹੈ ਉਹ ਜਿਹੜੀ ਉੱਥੇ ਦਿਖਾਈ ਆ ਉਹ ਯੂਨਿਟੀ ਹੁਣ ਦੁਬਾਰਾ ਪੰਜਾਬ ਦੇ ਵਿੱਚ 2022 ਦੀ ਇਲੈਕਸ਼ਨ ਦੇ ਵਿੱਚ ਹੋਣੀ ਚਾਹੀਦੀ ਹੈ। ਪਰ ਮੇਰਾ ਜਿਹੜਾ ਚਿੱਤਰ ਹੈ ਥੋੜਾ ਜਿਹਾ ਡਿਫਰੈਂਟ ਹੈ। ਉਹ ਇਹ ਹੈ ਕਿ ਇੱਕ ਕਿਸਾਨ ਉਹ ਮੱਤਰਿਆ ਹੋਇਆ ਵਿਚਾਰਾ ਬੈਠਾ, ਹੱਥ 'ਚ ਉਹਦੇ ਉਹੀ ਝੰਡਾ ਤੇ ਉਹਦੇ ਚਾਰੇ ਪਾਸੇ ਭੁੱਖੇ ਭੇੜੀਏ ਫਿਰਦੇ ਆ, ਚੱਕਰ ਕਰਦੇ। ਕਿਸਾਨ ਹੈ ਉਹ ਸਿਰਫ ਕਿਸਾਨਾਂ ਨੂੰ ਨਹੀਂ, ਉਹ ਪੰਜਾਬ ਦੇ ਸਧਾਰਨ ਲੋਕਾਂ ਨੂੰ ਰਿਪਰੈਜ਼ੈਂਟ ਕਰਦਾ। ਤੇ ਜਿਹੜੇ ਉਹ ਭੇੜੀਏ ਆ ਉਹ ਸਾਡੀਆਂ ਪੋਲੀਟੀਕਲ ਤਿੰਨ ਕਾਨੂੰਨ ਜੇ ਵਾਪਸ ਹੋ ਗਏ ਤਾਂ ਕੀ ਉਹਦੇ ਨਾਲ ਸਾਡੀਆਂ ਸਮੱਸਿਆਵਾਂ ਹੱਲ ਹੋ ਗਈਆਂ? ਨਹੀਂ। ਨੰਬਰ 2, ਕਿਹੜੀ ਪੋਲੀਟੀਕਲ ਪਾਰਟੀ ਨੇ ਕਿਹਾ ਕਿ ਅਸੀਂ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਇੰਡਸਟਰੀ ਲਿਆਵਾਂਗੇ ਕਿ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ? ਜਿਹੜੇ ਸਾਡੇ ਕਿਸਾਨ ਉੱਤੇ ਸ਼ਹੀਦ ਹੋਏ ਆ ਉਹਨਾਂ ਨੂੰ ਵੀ ਸਲਾਮ ਕਰਨੀ ਬਣਦੀ ਹੈ। ਮੈਂ ਉਹਨਾਂ ਨੂੰ ਸਲਾਮ ਕਰਨ ਲਈ ਇੱਕ ਪਿੱਛੇ ਵੀ ਚਿੱਤਰ ਲੱਗਿਆ ਹੋਇਆ, ਹਾਲ ਦੇ ਨਾਲ ਇੱਕ ਕਿਸਾਨ ਦਾ ਚਿੱਤਰ ਟੰਗਿਆ ਹੋਇਆ ਤੇ ਉਹਦੀ ਹਾਰ ਪਾਇਆ ਹੋਇਆ, ਪਿੱਛੇ ਭਾਵੇਂ ਬਿਜਲੀਆਂ ਕੜਕ ਰਹੀਆਂ, ਅੱਗੇ ਬਾਰਡਰ ਦੀ ਤਾਰ ਦਿਖਾਈ ਹੋਈ ਹੈ। ਦੋਸਤੋ, ਠੀਕ ਇੱਕ ਵਰ੍ਹਾ ਪਹਿਲਾਂ ਕਿਸਾਨ ਅਤੇ ਮਜ਼ਦੂਰ ਆਪਣੇ ਹੱਕੀ ਮੰਗਾਂ ਨੂੰ ਲੈ ਕੇ ਦਿੱਲੀ ਦੀ ਬਰੂਹਾਂ ਤੇ ਬੈਠੇ ਸੀ, ਤੇ ਠੀਕ ਇੱਕ ਵਰ੍ਹਾ ਪਹਿਲਾਂ ਕੁਝ ਕ੍ਰਾਂਤੀਕਾਰੀ ਸੋਚ ਰੱਖਣ ਵਾਲੇ ਨੌਜਵਾਨਾਂ ਦੇ ਵੱਲੋਂ ਇੱਕ ਐਸਾ ਉਪਰਾਲਾ ਕੀਤਾ ਗਿਆ ਕਿ ਇੱਕ ਐਸਾ ਚੈਨਲ ਬਣਾਇਆ ਜਾਵੇ ਜੋ ਲੋਕਾਂ ਦੀ ਆਵਾਜ਼ ਬਣ ਸਕੇ। ਤਾਂ ਉਹ ਚੈਨਲ ਸੀ ਔਨ 에ਅਰ। ਜੀ ਹਾਂ ਦੋਸਤੋ, ਔਨ 에ਅਰ ਨੂੰ ਅੱਜ ਸ਼ੁਰੂ ਹੋਇਆ ਨੂੰ ਪੂਰਾ 1 ਸਾਲ ਬੀਤ ਚੁੱਕਿਆ ਹੈ ਤੇ ਅੱਜ ਔਨ 에ਅਰ ਦੀ ਵਰ੍ਹੇਗੰਢ ਹੈ। ਇਹ ਸਭ ਤੁਹਾਡੇ ਸਹਿਯੋਗ ਸਦਕਾ ਹੋਇਆ। ਤੇ ਇਸ ਕਿਸਾਨੀ ਅੰਦੋਲਨ ਦੇ ਵਿੱਚ ਦੋਸਤੋ ਬਹੁਤ ਸਾਰੇ ਐਸੇ ਕਿਰਦਾਰ ਸੀ ਜਿਨ੍ਹਾਂ ਨੇ ਆਪਣਾ ਯੋਗਦਾਨ ਇਸ ਤਰੀਕੇ ਨਾਲ ਦਿੱਤਾ ਕਿ ਅੱਜ ਕਿਸਾਨੀ ਅੰਦੋਲਨ ਦੀ ਜਿੱਤ ਹੋਈ ਆ। ਤੇ ਮੈਂ ਐਸੇ ਕਈ ਚਿਹਰੇ ਨੇ ਜਿਨ੍ਹਾਂ ਦੇ ਨਾਲ ਅਸੀਂ ਰੂਬਰੂ ਹੋਣ ਦੀ ਕੋਸ਼ਿਸ਼ਾਂ ਕਰ ਰਹੇ ਹਾਂ, ਜਿਨ੍ਹਾਂ ਨੇ ਆਪਣਾ ਇਸ ਕਿਸਾਨੀ ਅੰਦੋਲਨ ਦੇ ਵਿੱਚ ਅਹਿਮ ਭੂਮਿਕਾ ਨਿਭਾਈ। ਤਾਂ ਜਿਨ੍ਹਾਂ ਦੇ ਵਿੱਚੋਂ ਮੇਰੇ ਨਾਲ ਅੱਜ ਇਸ ਵੇਲੇ ਗੁਰਪ੍ਰੀਤ ਆਰਟਿਸਟ ਨੇ, ਜਿਨ੍ਹਾਂ ਨੇ ਆਪਣੀ ਪੇਂਟਿੰਗਸ ਇਸ ਤਰੀਕੇ ਨਾਲ ਬਣਾਈ ਸੀ ਕਿ ਜਿਨ੍ਹਾਂ ਨੇ ਆਪਣਾ ਕਿਸਾਨਾਂ ਦਾ ਦਰਦ, ਮਜ਼ਦੂਰਾਂ ਦਾ ਦਰਦ ਆਪਣੀਆਂ ਤਸਵੀਰਾਂ ਦੇ ਰਾਹੀਂ ਬਿਆਨ ਕੀਤਾ ਤੇ ਅੱਜ ਕੇਂਦਰ ਸਰਕਾਰ ਆਪਣੇ ਗੋਡੇ ਟੇਕਣ ਤੱਕ ਮਜਬੂਰ ਹੋਈ ਆ। ਤੇ ਮੇਰੇ ਨਾਲ ਗੁਰਪ੍ਰੀਤ ਆਰਟਿਸਟ ਨੇ, ਮੈਂ ਸਵਾਗਤ ਕਰਦਾ ਔਨ 에ਅਰ ਦੇ ਉੱਤੇ। ਗੁਰਪ੍ਰੀਤ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਹਾਂਜੀ, ਸ਼ੁਕਰੀਆ ਜੀ ਤੁਹਾਨੂੰ, ਬੱਕੜ ਸਾਹਿਬ ਨੂੰ ਤੇ ਔਨ 에ਅਰ ਦੀ ਪੂਰੀ ਟੀਮ ਨੂੰ ਇਸ ਵਰ੍ਹੇਗੰਢ ਦੀਆਂ ਮੁਬਾਰਕਾਂ। ਕਿਸਾਨੀ ਅੰਦੋਲਨ ਦੀ ਇੱਕ ਪਹਿਲੀ ਜਿਹੜੀ ਵੱਡੀ ਜਿੱਤ ਹੋਈ ਹੈ ਉਹਦੀਆਂ ਮੁਬਾਰਕਾਂ ਜੀ। ਸਭ ਤੋਂ ਵੱਡਾ ਗੁਰਪ੍ਰੀਤ ਜੀ, ਵੈਸੇ ਤਾਂ ਸਭ ਦਾ ਬਹੁਤ-ਬਹੁਤ ਇਸ ਕਿਸਾਨੀ ਅੰਦੋਲਨ ਦੇ ਵਿੱਚ ਸਹਿਯੋਗ ਰਿਹਾ, ਪਰ ਤੁਹਾਡਾ ਜੋ ਕਿਸਾਨਾਂ ਦੇ ਪਿੱਠ ਦੇ ਪਿੱਛੇ ਇੱਕ ਵੱਡਾ ਕਿਰਦਾਰ ਸੀਗਾ, ਜਿਹਦੇ ਵਿੱਚ ਜਦੋਂ ਤੁਹਾਡੀਆਂ ਪੇਂਟਿੰਗਸ ਰਿਲੀਜ਼ ਤੁਸੀਂ ਕਰਦੇ ਸੀ, ਉਹ ਜ਼ਿਹਨ ਦੇ ਵਿੱਚ ਤੁਸੀਂ ਬੋਲਦੀਆਂ ਤਸਵੀਰਾਂ ਲੈ ਕੇ ਆਉਂਦੇ ਸੀ, ਤਾਂ ਉਹ ਨਾ ਸਿਰਫ ਕਿਸਾਨੀ ਅੰਦੋਲਨ ਦੇ ਵਿੱਚ ਫੇਮਸ ਹੋਈਆਂ ਤੇ ਕਿਤੇ ਨਾ ਕਿਤੇ ਕੇਂਦਰ ਸਰਕਾਰ ਨੂੰ ਵੀ ਗੋਡੇ ਟੇਕਣ ਦੇ ਉੱਤੇ ਮਜਬੂਰ ਕੀਤੀਆਂ। ਕੀ ਕਹਿਣਾ ਚਾਹੋਗੇ ਅੱਜ ਇਸ ਜਿੱਤ ਨੂੰ ਲੈ ਕੇ? ਜੀ ਹਾਂ, ਮੈਂ ਪਿੱਛੇ ਜੇ ਜਿੱਦਣ ਇਹ ਲਾਜ਼ ਰਿਪੀਲ ਕਰਨ ਦਾ ਮੋਦੀ ਨੇ ਐਲਾਨ ਕੀਤਾ, ਉਦੋਂ ਵੀ ਇੱਕ ਤਸਵੀਰ ਬਣਾਈ ਸੀ ਤੇ ਨਾਲ ਕੁਝ ਸਤਰਾਂ ਲਿਖ ਕੇ ਪਾਈਆਂ ਸੀ।
ਉਹਦੇ ਵਿੱਚ ਮੈਂ ਲਿਖਿਆ ਸੀ ਕਿ ਇਹ ਜਿਹੜੀ ਜਿੱਤ ਹੈ ਖੈਰਾਤ 'ਚ ਨਹੀਂ ਮਿਲੀ। ਇਹ ਜਿੱਤ ਬਹੁਤ ਵੱਡੇ ਸੰਘਰਸ਼ ਤੋਂ ਬਾਅਦ ਮਿਲੀ ਹੈ, ਬਹੁਤ ਵੱਡੇ ਮਤਲਬ ਦੁਨੀਆ ਦੇ ਸਭ ਤੋਂ ਵੱਡੇ ਸੰਘਰਸ਼ ਤੋਂ ਬਾਅਦ ਇਹ ਜਿੱਤ ਮਿਲੀ ਹੈ। ਇਹਦੇ ਪਿੱਛੇ ਸਾਡੀਆਂ ਮਾਵਾਂ ਭੈਣਾਂ, ਸਾਡੇ ਬਜ਼ੁਰਗ, ਸਾਡੇ ਨੌਜਵਾਨ, ਉਹਨਾਂ ਦਾ ਏਕਾ, ਉਹਨਾਂ ਦੀ ਮਿਹਨਤ, ਹਨਾ, ਸਾਡੇ ਸਾਰੇ ਧਰਮਾਂ ਦਾ, ਸਾਡੀਆਂ ਸਟੇਟਸ ਦਾ ਏਕਾ। ਉਸ ਤੋਂ ਬਿਨਾ ਸਾਡੇ ਜਿਹੜੇ ਰੰਗਾਂ ਵਾਲੇ, ਸਾਡੇ ਜਿਹੜੇ ਗਾਉਣ ਵਾਲੇ, ਸਾਡੇ ਜਿਹੜੇ ਕਲਮਾਂ ਵਾਹੁਣ ਵਾਲੇ, ਉਹਨਾਂ ਦਾ ਵੀ ਅੱਗੇ ਆ ਕੇ ਇਸ ਅੰਦੋਲਨ 'ਚ ਯੋਗਦਾਨ ਦੇਣਾ, ਹਨਾ। ਸਾਰਾ ਧਰਮ ਤੋਂ, ਜਾਤ ਤੋਂ ਉੱਪਰ ਉੱਠ ਕੇ ਸਾਰੇ ਲੋਕ ਲੱਗੇ ਇਸ ਅੰਦੋਲਨ 'ਚ। ਉਹ ਸਭ ਕਾਸੇ ਦੀ ਇੱਕ ਸਾਂਝੀ ਜਿਹੜੀ ਸਪਿਰਿਟ ਬਣੀ, ਇੱਕ ਸਾਂਝਾ ਜਿਹੜਾ ਤੁਸੀਂ ਕਹਿ ਲਓ ਮਹਾਯੱਗ ਤਿਆਰ ਹੋਇਆ, ਉਹ ਇਸ ਜਿੱਤ ਵੱਲ ਲੈ ਕੇ ਗਿਆ। ਤੇ ਮੈਨੂੰ ਖੁਸ਼ੀ ਹੈ ਕਿ ਮੇਰਾ ਵੀ ਇੱਕ ਛੋਟੀ ਜੀ ਮੇਰੀ ਵੀ ਅਹੂਤੀ ਉਸ ਮਹਾਯੱਗ 'ਚ ਰਹੀ ਚਿੱਤਰਾਂ ਦੇ ਨਾਲ। ਇਹ ਗੱਲ ਠੀਕ ਹੈ ਕਿ ਜਦੋਂ ਵਿਜ਼ੂਅਲ ਹੈ ਨਾ, ਜਿਹੜਾ ਵਿਜ਼ੂਅਲ ਇਹ ਬਹੁਤ ਸਟਰੋਂਗ ਮਾਧਿਅਮ ਹੁੰਦਾ। ਜਿਵੇਂ ਤੁਸੀਂ ਇੱਕ ਪਿੱਛੇ ਵੀ ਪੇਂਟਿੰਗ ਦੇਖ ਰਹੇ ਹੋ, ਟਕੈਤ ਸਾਹਿਬ ਵਾਲੀ ਪੇਂਟਿੰਗ ਲੱਗੀ ਹੋਈ ਆ। ਇਹ ਉਦਣ ਬਣਾਈ ਸੀ ਰਾਤ ਨੂੰ, ਜਿੱਦਣ ਇਹਨਾਂ ਵਾਲਾ ਜਿਹੜਾ ਧਰਨਾ ਸੀ ਉਹ ਚੱਕਣ ਦੀ ਕੋਸ਼ਿਸ਼ ਕਰ ਰਹੀ ਸੀ ਸਰਕਾਰ, ਤੇ ਟਕੈਤ ਸਾਹਿਬ ਰੋ ਪਏ ਸੀਗੇ। ਮੈਂ ਉਦੋਂ ਹੀ ਬਣਾਈ ਇਹ ਤਸਵੀਰ ਤੇ ਰਾਤ ਨੂੰ ਪਾਤੀ। ਤੇ ਮੈਨੂੰ ਇਹ ਲਾ ਲਓ ਵੀ ਸਵੇਰ ਜਦੋਂ ਮੈਂ ਤੜਕੇ 2-3 ਵਜੇ ਪਾਈ ਸੀ ਇਹ ਤਸਵੀਰ, ਤੇ ਜਦੋਂ ਮੈਂ ਸਵੇਰ ਉੱਠਿਆ ਤੇ ਹਜ਼ਾਰਾਂ ਸ਼ੇਅਰ ਹੋ ਚੁੱਕੇ ਸੀਗੇ ਵਿਦਨ ਫਿਊ ਆਵਰਸ। ਕਿਉਂਕਿ ਲੋਕ ਹੈ ਨਾ, ਜਿਹੜੇ ਕਈ ਵਾਰ ਲਿਖਿਆ ਨਹੀਂ ਪੜ੍ਹਦੇ, ਉਹ ਜਿਹੜਾ ਦ੍ਰਿਸ਼ ਆ ਕੋਈ ਉਹਨਾਂ ਨੂੰ ਸਿੱਧਾ ਹਿੱਟ ਕਰ ਜਾਂਦਾ। ਤਾਂ ਕਈ ਵਾਰੀ ਕੀ ਹੁੰਦਾਗਾ, ਕੋਈ ਪੜ੍ਹਨ ਦੇ ਵਿੱਚ ਗੁਰੇਜ਼ ਤਾਂ ਨਹੀਂ ਕਹਿ ਸਕਦੇਗੇ, ਕਿ ਕਈ ਵਾਰੀ ਕੀ ਹੁੰਦਾਗਾ ਕਿ ਕਿਸੇ ਨੂੰ ਪੜ੍ਹਨ ਦਾ ਨਹੀਂ ਪਤਾ ਹੁੰਦਾਗਾ। ਬਹੁਤ ਸਾਰੇ ਲੋਕ ਨੇ ਜੋ ਨਹੀਂ ਪੜ੍ਹਨਾ ਚਾਹੁੰਦੇ ਕਿ ਜਾਂ ਪੜ੍ਹੇ ਨਹੀਂ ਹੁੰਦੇਗੇ, ਤੇ ਉਹਨਾਂ ਦੇ ਲਈ ਇਹ ਬੋਲਦੀਆਂ ਤਸਵੀਰਾਂ ਸਭ ਕੁਝ ਦਰਦ ਬਿਆਨ ਕਰ ਦਿੰਦੀਆਂ। ਜੀ। ਜਿਵੇਂ ਤੁਸੀਂ ਦੇਖੋ, ਭਾਸ਼ਾ ਸਾਡੀ ਹੈ ਨਾ, ਜਿਵੇਂ ਆਪਾਂ ਹੁਣ ਪੰਜਾਬੀ 'ਚ ਗੱਲਬਾਤ ਕਰ ਰਹੇ, ਹਿੰਦੀ ਵਾਲਾ ਇਹਨੂੰ ਔਖਾ ਸੌਖਾ ਸਮਝ ਲੂਗਾ, ਬੰਗਾਲੀ ਵਾਲੇ ਨੂੰ ਥੋੜੀ ਜਿਹੀ ਔਖੀ ਹੋ ਜੂਗੀ, ਗੁਜਰਾਤੀ ਨੂੰ ਜਾਂ ਕਿਸੇ ਤਾਮਿਲ ਬੰਦੇ ਨੂੰ ਸਮਝਣੀ ਔਖੀ ਹੋ ਜੂ। ਪਰ ਜਿਹੜਾ ਚਿੱਤਰ ਹੈ, ਇਹਦੀ ਤਾਂ ਕੋਈ ਇਹੋ ਜਿਹੀ ਭਾਸ਼ਾ ਦੀ ਮਾਧਿਅਮ ਦੀ ਕੋਈ ਬੰਧਨ ਨਹੀਂ ਨਾ ਹੈਗਾ। ਜਿਵੇਂ ਮੈਂ ਮਜ਼ਦੂਰ ਦੇ ਇੱਕ ਪੈਰ ਵਾਲੀ ਚਿੱਤਰ ਬਣਾਇਆ ਸੀ, ਤਾਂ ਉਹ ਮੇਰੀਆਂ ਇੰਟਰਵਿਊਜ਼ ਸਾਊਥ ਇੰਡੀਆ ਦੇ ਕੁਝ ਰੇਡੀਓਜ਼ ਵਾਲਿਆਂ ਨੇ ਵੀ ਕੀਤੀਆਂ, ਜਿਨ੍ਹਾਂ ਨੂੰ ਨਾ ਹਿੰਦੀ ਆਉਂਦੀ ਸੀ ਤੇ ਨਾ ਪੰਜਾਬੀ। ਅਸੀਂ ਬੜੇ ਔਖੇ ਫਿਰ ਹਿੰਦੀ ਤੇ ਇੰਗਲਿਸ਼ ਨੂੰ ਮਿਕਸ ਕਰਕੇ ਕੀਤਾ, ਉਹਨਾਂ ਨੇ ਨਾਲ ਟਰਾਂਸਲੇਟ ਕਰਕੇ ਉੱਥੇ ਸੁਣਾਈਆਂ ਇੰਟਰਵਿਊਜ਼। ਇਹ ਮੈਨੂੰ ਇਹ ਲੱਗਦਾ ਕਿ ਜਦੋਂ ਇਹ ਵਿਜ਼ੂਅਲ ਮੀਡੀਅਮ ਦੀ ਸਟਰੈਂਥ ਹੈ ਕਿ ਮੈਂ ਕੁਝ ਚਿੱਤਰ ਜਦੋਂ ਬਣਾ ਕੇ ਪਾਏ, ਬਹੁਤ ਜਿਹੜੇ ਹਾਰਡ ਤੇ ਸਟਰੋਂਗ ਸਿੱਧਾ ਪ੍ਰਹਾਰ ਕਰਦੇ ਸੀ। ਕੁਝ ਕਾਰਟੂਨ ਵੀ ਸੀ ਜਿਹਦੇ 'ਚ ਕੁਝ ਪੋਸਟਰ ਸੀ। ਤੇ ਮੇਰਾ ਜਦੋਂ ਟਵਿੱਟਰ ਦਾ ਅਕਾਊਂਟ ਹੀ ਬਲੌਕ ਕਰ ਦਿੱਤਾ ਗਿਆ, ਟਵਿੱਟਰ ਵੱਲੋਂ ਮੈਨੂੰ ਲੈਟਰ ਆਇਆ ਕਿ ਤੁਹਾਡਾ ਇੰਡੀਅਨ ਗਵਰਨਮੈਂਟ ਵੱਲੋਂ ਤੁਹਾਡੇ ਖਿਲਾਫ ਕੰਪਲੇਂਟ ਹੈ ਕਿ ਤੁਸੀਂ ਭਾਰਤੀ ਕਾਨੂੰਨ ਨੂੰ ਫੋਲੋ ਨਹੀਂ ਕਰ ਰਹੇ। ਮੈਨੂੰ ਇਹ ਬੜਾ ਇੱਕ ਹਾਸੀ ਦਾ ਪਾਤਰ ਹੈ ਕਿ ਦੇਖੋ, ਇੱਕ ਆਰਟਿਸਟ ਆਪਣੀ ਆਰਟ ਕਰ ਰਿਹਾ ਹੈਗਾ ਤੇ ਉਸ ਦੇ ਵਿੱਚ ਇਹਦੇ ਵਿੱਚ ਕਾਨੂੰਨ ਦੀ ਤਾਂ ਕੋਈ ਗੱਲ ਹੀ ਨਹੀਂ ਸੀਗੀ, ਪਰ ਲੇਕਿਨ ਕਿਤੇ ਨਾ ਕਿਤੇ ਇਹ ਮਜਬੂਰ ਕਰ ਰਹੀ ਸੀ ਤੁਹਾਡੀ ਤਸਵੀਰਾਂ ਕੇਂਦਰ ਸਰਕਾਰ ਨੂੰ, ਵੀ ਇਹ ਦਰਦ ਸੀਗਾ ਕਿਸਾਨਾਂ ਦਾ ਜਿਹੜਾ ਤੁਸੀਂ ਬਿਆਨ ਕਰ ਰਹੇ ਸੀਗੇ, ਜਿਸ ਨੂੰ ਲੈ ਕੇ ਉਹਨਾਂ ਨੂੰ ਪਿੰਚ ਹੋ ਰਹੀਆਂ ਸੀਗੀਆਂ ਤੇ ਉਹ ਸਹਾਰਾ ਉਹਨਾਂ ਦਾ ਲੈ ਰਹੇ ਸੀ। ਜੀ ਹਾਸੇ ਦੀ ਪਾਤਰ ਆਪੇ ਹੀ ਹੈ ਸਰਕਾਰ ਜੀ। ਜਦੋਂ ਮੈਂ ਇੱਕ ਕਹਾਵਤ ਹੈ ਜੀ ਕਿ ਤੂੰ 100 ਗੰਢੇ ਖਾਣੇ ਆ ਕਿ 100 ਛਿੱਤਰ ਖਾਣੇ ਆ, ਉਹ ਕਹਿੰਦਾ ਨਹੀਂ 100 ਗੰਢੇ ਖਾਣੇ ਆ, ਪਰ ਫਿਰ ਗੰਢੇ ਖਾਦੇ ਨਹੀਂ ਗਏ, ਫਿਰ ਕਹਿੰਦਾ ਛਿੱਤਰ ਲਾ ਲਓ। ਫਿਰ ਅੱਧ 'ਚ ਛਿੱਤਰ ਪਏ 50, ਕਹਿੰਦਾ ਗੰਢੇ ਕੀ ਦੇ ਦਿਓ ਬਾਕੀ ਦੇ। ਇਹ ਹੋਣਾ ਐਂ ਸੀਗਾ। ਇਹ ਪਹਿਲੇ ਦਿਨ ਤੋਂ ਜਦੋਂ ਲੋਕਾਂ ਨੇ ਏਕਾ ਦਿਖਾਇਆ, ਪਹਿਲਾਂ ਇੱਥੋਂ ਬਾਰਡਰ ਤੋੜ ਕੇ ਗਏ, ਜਿਵੇਂ ਇਹਦੇ ਪਿੱਛੇ ਇੱਕ ਹੋਰ ਚਿੱਤਰ ਹੈ, ਉਹ ਪਹਿਲੇ ਜਦੋਂ ਉੱਥੇ ਪਹੁੰਚੇ ਉਦੋਂ ਬਣਾਇਆ ਸੀ ਮੈਂ। ਉਹ ਪੂਰੇ ਨਾਲ ਮੈਂ ਬਣਾਉਂਦਾ ਗਿਆ ਤੇ ਲਗਭਗ 100 ਦੇ ਕਰੀਬ ਚਿੱਤਰ ਹੈਗੇ, ਹਨਾ। ਤੇ ਕਾਰਟੂਨ ਚਿੱਤਰ ਜੇ ਮਿਲਾ ਲਈਏ ਤਾਂ ਉਹ ਹਰੇਕ ਪੂਰਾ ਦਾ ਪੂਰਾ ਜਿਹੜਾ ਅੰਦੋਲਨ ਸੀ, ਇਹ ਜਿਹੜੀ ਸਪਿਰਿਟ ਸੀ, ਇਹਦੀ ਨਾਲ ਡਾਕੂਮੈਂਟੇਸ਼ਨ ਵੀ ਹੋਈ ਇੱਕ ਤਰ੍ਹਾਂ ਨਾਲ। ਤੇ ਹੁਣ ਐਲਾਨ ਕੀਤਾ ਕੁਝ ਦੋਸਤਾਂ ਨੇ, ਮਤਲਬ ਐਂ ਕਹਿ ਲਓ ਵੀ ਮੈਨੂੰ ਫੋਰਸ ਕੀਤਾ ਉਹਨਾਂ ਨੇ, ਹਨਾ, ਕਿ ਵੀ ਅਸੀਂ ਅਨਾਉਂਸ ਕਰਨਾ ਚਾਹੁੰਦੇ ਹਾਂ ਨਾ। ਉਹ ਇਹ ਸੀ ਕਿ ਜਿੰਨੇ ਵੀ ਚਿੱਤਰ ਬਣੇ ਆ ਇਸ ਅੰਦੋਲਨ ਦੌਰਾਨ, ਉਹ ਸਾਰਿਆਂ ਨੂੰ ਕੰਪਾਈਲ ਕਰਕੇ ਤੇ ਨਾਲ ਜਿੰਨੀਆਂ ਕਵਿਤਾਵਾਂ ਲਿਖੀਆਂ ਗਈਆਂ, ਕਵਿਤਾਵਾਂ ਤਾਂ ਬਹੁਤ ਲਿਖੀਆਂ ਗਈਆਂ, 1700-1800 ਤਾਂ ਕਲੈਕਟ ਵੀ ਹੋ ਚੁੱਕੀਆਂ, ਉਦੋਂ ਵੱਧ ਕਵਿਤਾਵਾਂ ਲਿਖੀਆਂ ਗਈਆਂ। ਉਹਨਾਂ ਚੋਂ ਬੈਸਟ ਕੱਢ ਕੇ 100 ਕਵਿਤਾਵਾਂ ਤੇ 100 ਚਿੱਤਰ ਉਹਨਾਂ ਨੂੰ ਇੱਕ ਕਿਤਾਬ ਦੇ ਰੂਪ 'ਚ ਛਾਪਿਆ ਜਾਵੇ। ਉਹ ਮੈਂ ਜਿੱਦਣ ਹੁਣ ਪੂਰੀ ਵਰ੍ਹੇਗੰਢ ਹੋਈ ਸੀ ਕਿਸਾਨੀ ਅੰਦੋਲਨ ਦੀ, ਉਦੋਂ ਅਨਾਉਂਸ ਕੀਤਾ ਸੀ ਇਹ
ਨੋ ਡਾਊਟ ਵੱਡਾ ਪ੍ਰੋਜੈਕਟ ਆ, ਕਾਫੀ ਪੈਸੇ ਵੀ ਲੱਗਣ ਵਾਲਾ, ਪਰ ਕੁਝ ਦੋਸਤਾਂ ਨੇ ਕਿਹਾ ਵੀ ਅਸੀਂ ਮਿਲ ਜੁਲ ਕੇ ਪੈਸੇ ਲਾਵਾਂਗੇ ਇਹਦੇ ਤੇ ਆਪਾਂ ਇਹਨੂੰ ਆਮ ਲੋਕਾਂ ਤੱਕ ਡਾਕੂਮੈਂਟਰੀ ਬਣਾ ਦਈਏ, ਇਹਦੀ ਡਾਕੂਮੈਂਟੇਸ਼ਨ ਹੋ ਜੇ। ਅੱਜ ਤੋਂ ਜੇ ਕੋਈ 50 ਸਾਲ ਬਾਅਦ ਕਿਤਾਬ ਚੱਕੇ ਉਹ ਤੁਹਾਨੂੰ ਪਤਾ ਲੱਗ ਜੇ ਕਿ ਅਸੀਂ ਉਹ ਲੋਕ ਹਾਂ ਜਿਨ੍ਹਾਂ ਨੇ ਦੁਨੀਆ ਦਾ ਸਭ ਤੋਂ ਵੱਡਾ ਸੰਘਰਸ਼ ਲੜਿਆ ਸੀ, ਤੇ ਉਹ ਤਸਵੀਰਾਂ 'ਚ ਦੇਖੇ, ਨਾਲ ਨਾਲ ਕਵਿਤਾ ਹੋਵੇ, ਜਿਵੇਂ ਪਾਤਰ ਸਾਹਿਬ ਨੇ ਕਵਿਤਾ ਲਿਖੀ, ਸ਼ੀਲ ਦਸਾਂਝ ਨੇ ਲਿਖੀ, ਜਾਂ ਜਿੰਨੇ ਵੀ ਲੋਕ ਹੋਰ ਹਿੰਦੀ 'ਚ ਵੀ ਲਿਖੀਆਂ ਗਈਆਂ, ਕਿ ਨਾਲ ਨਾਲ ਇੱਕ ਕਵਿਤਾ ਹੋਵੇ, ਇੱਕ ਚਿੱਤਰ ਹੋਵੇ, ਇੱਕ ਕਵਿਤਾ ਹੋਵੇ, ਇੱਕ ਚਿੱਤਰ ਹੋਵੇ। ਤੇ ਇਸ ਦਿਨ ਦਾ ਹੈਗਾ ਇੰਤਜ਼ਾਰ, ਹੁਣ ਕੰਪਾਈਲ ਕਰ ਰਹੇ ਉਹਨਾਂ ਨੂੰ ਸਾਰੀਆਂ ਨੂੰ। ਜੀ ਮਾਣ ਮਹਿਸੂਸ ਹੁੰਦਾਗਾ ਜਦੋਂ ਇਹ ਖੇਤੀ ਕਾਨੂੰਨ ਰਿਪੀਲ ਕਰਵਾ ਕੇ ਕਿ ਸਾਡੀ ਜਿੱਤ ਪੰਜਾਬੀਆਂ ਦੀ ਜਿੱਤ ਹੋਈ ਹੈ, ਕਿ ਪੰਜਾਬੀਆਂ ਨੇ ਇਹ ਸਾਬਤ ਕਰਤਾਗਾ ਕਿ ਜਿਹੜਾ ਵੀ ਕੋਈ ਅੜਿਆ ਤੇ ਉਹ ਫਿਰ ਝੜਿਆ। ਇਹ ਮਾਣ ਵਾਲੀ ਗੱਲ ਸਾਨੂੰ ਮਹਿਸੂਸ ਹੋਣ ਲੱਗ ਗਈ ਆ ਹੁਣ ਕਿ ਸਾਡਾ ਇਤਿਹਾਸ ਗਵਾਹ ਇੱਕ ਵਾਰੀ ਫਿਰ ਇਤਿਹਾਸ ਦੁਹਰਾਤਾਗਾ। ਜੀ ਮੇਰੇ ਨਾ ਇੱਕ ਮੇਰੇ ਕੁਲੀਗ ਸੀ ਮੈਡਮ ਰਾਮਾਨੰਦਾ ਕੁਮਾਰ, ਕੇਰਲਾ ਤੋਂ ਹੈ, ਕਾਫੀ ਪਹਿਲਾਂ ਸੀ, ਰਿਟਾਇਰ ਹੋ ਚੁੱਕੇ ਨੇ, ਬਜ਼ੁਰਗ ਨੇ। ਉਹਨਾਂ ਦੀ ਉੱਥੋਂ ਕਾਲ ਆਈ ਜਦੋਂ ਮੈਂ ਦਿੱਲੀ ਸੀਗਾ, ਉਸ ਦਿਨ ਮੈਂ ਟਿਕਰੀ ਬਾਰਡਰ ਤੇ ਸੀਗਾ, ਉਹਨਾਂ ਦੀ ਕਾਲ ਆਈ ਤੇ ਉਹਨਾਂ ਨੇ ਜਦੋਂ ਜਿਹੜੀ ਗੱਲ ਮੈਨੂੰ ਕਹੀ ਨਾ, ਕਹਿੰਦੀ ਮੇਰੇ ਕੋ ਨਾ ਇਧਰ केरला में, क्योंकि वो पंजाब च सर्विस करके गए थोड़ी देर, उन्होंने हस्बैंड फौजी सीगे, इतने ब्रिगेडियर सी, कहते जब ना केरला में मुझे रामानंद कौर बोलते हैं, सभी रामानंद कौर बोलते हैं। ते फिर उन्होंने नाल क्या कि ये इसलिए बोलते हैं कि मैं पंजाब की इधर आवाज उठाती हूँ, और कहते मुझे, मैंने इन लोगों को पहले ही बोल दिया था कि कोई ये काम कर सकता है तो वो पंजाबी कर सकते हैं। ते कहती मुझे यकीन है कि ये वापस होंगे कानून, और ये पंजाबी अब आए हैं ना आगे, अब ये वापस करवा के घर जाएंगे। ते मैनू बहुत मान उदों जिवें मतलब मान महसूस होया ही उदों, हुण तां ऑफ कोर्स होना ही है जो कानून वापस हो गए, बिल वापस हो गए, पर मैनू उदों बड़ा मान महसूस होया जो मैम ने कहा कि मुझे पक्का यकीन है कि बिल वापस करवा के ये लोग घर जाएंगे, है ना। इस गल नूं भी देखो हो गए लगभग साल ही हो गया, ला लो 8-9 महीने पहलां दी गल दस रहा तुहानूं ਇਹ मैं, ਤੇ ਮੈਨੂੰ ਬੜਾ ਬਹੁਤ ਐ ਲੱਗਿਆ ਅੰਦਰੋਂ ਕਿ ਮੈਂ ਹਾਂ ਵੀ ਮੈਂ ਆਈ ਬਿਲੋਂਗ ਟੂ ਸੱਚ ਅ ਕਮਿਊਨਿਟੀ, ਹੈ ਨਾ। ਤੇ ਉਦੋਂ ਵੱਧ ਮਾਣ ਮੈਨੂੰ ਉਦੋਂ ਮਹਿਸੂਸ ਹੋਇਆ ਕਿ ਜਦੋਂ ਮੈਂ ਇੱਕ ਟਰਾਲੀਆਂ ਕੋਲੇ ਇੱਥੇ ਗੁਰੂਸਰ ਚਹਿਣੇਵਾਲ ਦੇ ਵੀ ਮੇਰੇ ਮਿੱਤਰ ਨੇ, ਚਮਕੌਰ ਸਿੰਘ, ਉਹ ਗਏ ਹੋਏ ਸੀ ਸਾਡੇ, ਉਹਨਾਂ ਦੇ ਪਿੰਡ ਦੀ ਟਰਾਲੀ ਸੀ, ਉੱਥੇ ਬੈਠੇ ਅਸੀਂ, ਉੱਥੋਂ ਅਚਾਨਕ ਟਰਾਲੀਆਂ ਆਉਣੀਆਂ ਸ਼ੁਰੂ ਹੋ ਗਈਆਂ ਸੁਬਾਹ, ਕਿੰਨਾਂ ਦੀਆਂ, ਹਰਿਆਣੇ ਵਾਲਿਆਂ ਦੀਆਂ। ਮੈਂ ਗੁਰਪ੍ਰੀਤ ਜੀ ਇੱਥੇ ਤੁਹਾਡੀ ਗੱਲ ਰੱਖਣਾ ਚਾਹੂੰਗਾ, ਮੈਂ ਇਹੀ ਗੱਲ ਮੈਂ ਕਹਿਣਾ ਚਾਹੁੰਦਾ ਸੀਗਾ ਕਿ ਲਹਿਰ ਦੇਖੋ ਭਾਵੇਂ ਪੰਜਾਬ ਤੋਂ ਸ਼ੁਰੂ ਹੋਈ ਆ, ਪਰ ਕਿਰਦਾਰ ਦੇ ਵਿੱਚ ਮੈਂ ਨਹੀਂ ਕਹਿੰਦਾਗਾ ਕਿ ਹਰਿਆਣਾ, ਮੈਂ ਨਹੀਂ ਕਹਿੰਦਾ ਯੂਪੀ, ਮੈਂ ਨਹੀਂ ਕਹਿੰਦਾਗਾ ਕਿ ਪੂਰਾ ਮਤਲਬ ਕਿ ਆਲ ਓਵਰ ਇੰਡੀਆ ਦੇ ਵਿੱਚੋਂ ਮੈਨੂੰ ਲੱਗਿਆ ਕਿ ਉੱਥੋਂ ਦੇ ਜਿਹੜੇ ਭਾਸ਼ਾ ਨਹੀਂ ਬੋਲ ਸਕਦੇ ਸੀਗੇ, ਜਿਹੜੇ ਪੰਜਾਬੀ ਜਾਂ ਹਿੰਦੀ ਨਹੀਂ ਬੋਲ ਸਕਦੇ ਸੀ, ਉੱਥੋਂ ਦੇ ਡਾਕਟਰਸ ਉੱਥੇ ਦੇਖੇ ਅਸੀਂ ਕਿਸਾਨੀ ਅੰਦੋਲਨ ਦੇ ਵਿੱਚ, ਉੱਥੋਂ ਦੇ ਇੰਜੀਨੀਅਰਸ ਅਸੀਂ ਦੇਖੇ, ਇੱਥੋਂ ਦੇ ਐਡਵੋਕੇਟਸ ਟਾਇਲਟਸ ਤੱਕ ਕਲੀਨ ਕਰਨ ਤੱਕ ਉੱਥੋਂ ਦੀ ਜਿਹੜੇ ਉਹਨਾਂ ਦੇ ਬਾਰ ਐਸੋਸੀਏਸ਼ਨ ਸੀਗੀ, ਉੱਥੇ ਦੇ ਕਿਰਦਾਰ ਉਹਨਾਂ ਨੇ ਕੀਤਾਗਾ, ਤੇ ਉਹ ਬਹੁਤ ਵੱਡਾ ਯੋਗਦਾਨ ਸੀ ਉਹਨਾਂ ਦਾ। ਜੀ ਉਹ ਜਿਹੜੀਆਂ ਟਰਾਲੀਆਂ ਆਉਣੀਆਂ ਸ਼ੁਰੂ ਹੋਈਆਂ, ਉਹ ਆ ਕੇ ਕਾਹਦੀਆਂ ਟਰਾਲੀਆਂ ਆਈਆਂ, ਪਹਿਲੀ ਟਰਾਲੀ ਆ ਗਈ ਵੀ ਸਬਜ਼ੀ ਲਓ, ਵੀ ਸਬਜ਼ੀ, ਉਹ ਸਾਰੀਆਂ ਟਰਾਲੀਆਂ ਨੂੰ ਸਬਜ਼ੀ ਵੰਡਦੇ ਜਾਂਦੇ ਆ, ਰੇ ਬਈ ਲੈ ਲਓ, ਹਨਾ। ਫਿਰ ਦੂਜੀ ਟਰਾਲੀ ਆਉਂਦੀ ਆ, ਉਹ ਦੁੱਧ ਵੰਡਦੀ ਆਉਂਦੀ ਹੈ, ਤੀਜੀ ਟਰਾਲੀ ਆਉਂਦੀ ਆ ਆਟਾ, ਲੱਸੀ, ਹਨਾ। ਉਹ ਇਹ ਕਹਿੰਦੇ ਮੈਂ ਪਿੰਡ ਵਾਲੇ ਕਹਿੰਦੇ ਯਾਰ ਅਸੀਂ ਜਿਹੜਾ ਸਮਾਨ ਲੈ ਕੇ ਆਏ ਸੀ ਸਾਨੂੰ ਤਾਂ ਕੱਢਣ ਹੀ ਨਹੀਂ ਦਿੰਦੇ ਪਏ ਹਰਿਆਣੇ ਵਾਲੇ, ਇਹ ਕਹਿੰਦੇ ਯਾਰ ਅਸੀਂ ਦਵਾਂਗੇ, ਹਨਾ। ਇਹ ਹਾਲਤ ਸੀ। ਤੇ ਹੋਰ ਬਹੁਤ ਸਾਰੇ ਆਪ ਮੁਹਾਰੇ ਆਏ ਲੋਕ, ਜਿਵੇਂ ਖਾਲਸਾ ਏਡ ਵਾਲੇ, ਉਹਨਾਂ ਨੇ ਖਾਲਸਾ ਏਡ ਵਾਲੇ ਰਵੀ ਖਾਲਸਾ ਜੀ ਨੂੰ ਮੇਰਾ ਸਲਾਮ ਹੈ, ਖਾਲਸਾ ਏਡ ਵਾਲੇ ਸਾਰੇ ਵਲੰਟੀਅਰਸ ਨੂੰ ਸਲਾਮ ਹੈ। ਉਹਨਾਂ ਨੇ ਉੱਥੇ ਮਾਲ ਬਣਾਤੇ, ਉੱਥੇ ਇੱਕ ਧਰਮਿੰਦਰ ਜੀ ਦਾ ਪੈਟਰੋਲ ਪੰਪ ਹੈ ਟਿਕਰੀ ਬਾਰਡਰ ਤੇ, ਮੈਂ ਉਹਨਾਂ ਕੋਲੇ ਵੀ ਰਿਹਾ ਇੱਕ ਦਿਨ। ਧਰਮਿੰਦਰ ਜੀ ਨੇ ਆਪਣਾ ਪੂਰਾ ਪੈਟਰੋਲ ਪੰਪ ਖੋਲਤਾ ਲੋਕਾਂ ਲਈ, ਉਹ ਕਹਿੰਦੇ ਲਓ, ਤੇ ਉਹਨਾਂ ਦਾ ਗਡਾਊਨ ਪਿਆ ਸੀ, ਉਹਨਾਂ ਨੇ ਖਾਲੀ ਕਰਵਾ ਕੇ ਉਹ ਖਾਲਸਾ ਏਡ ਵਾਲਿਆਂ ਨੂੰ ਦੇਤਾ, ਕਹਿੰਦੇ ਇੱਥੇ ਆਪਣਾ ਬਣਾ ਲਓ ਤੁਸੀਂ ਪ੍ਰਬੰਧ ਜੋ ਕਰਨਾ। ਤੇ ਖਾਲਸਾ ਏਡ ਵਾਲਿਆਂ ਨੇ ਉਹਦੇ ਚ ਮਾਲ ਖੋਲਤਾ ਕਿ ਕੁਛ ਵੀ ਚੱਕੋ, ਗੀਜ਼ਰ, ਵਾਸ਼ਿੰਗ ਮਸ਼ੀਨ, ਕੁਛ ਵੀ ਲਓ ਫ੍ਰੀ, ਤੇ ਬਸ ਰਜਿਸਟਰਡ ਕਰਾ ਕੇ ਵੀ ਸਾਡੀ ਆਹ ਨੰਬਰ ਟਰਾਲੀ ਹੈ ਤੇ ਪਹਿਲਾਂ ਲਿਖਾ ਜਾਓ, ਫਿਰ ਅਸੀਂ ਤੁਹਾਨੂੰ ਉੱਥੇ ਡਿਲੀਵਰ ਕਰ ਦਾਂਗੇ, ਜਿਹੜਾ ਛੋਟਾ ਸਮਾਨ ਚਾਹੀਦਾ ਤੁਸੀਂ ਆ ਕੇ ਲੈ ਜਾਓ। ਮਤਲਬ ਐਸੀ ਸਪਿਰਿਟ ਮੈਂ ਅੱਜ ਤੱਕ ਨਾ ਦੇਖੀ, ਨਾ ਪੜ੍ਹੀ, ਨਾ ਸੁਣੀ। ਸਿਆਸਤ ਨੇ ਬੜਾ, ਗੁਰਪ੍ਰੀਤ ਜੀ, ਬੜਾ ਇਦਾਂ ਦਾ ਕਿਰਦਾਰ ਜਿੱਦਾਂ ਦੇਖਿਆ ਸੀਗਾ ਸੀ ਕਿ 1966 ਦੇ ਵਿੱਚ ਹਰਿਆਣੇ ਤੋਂ ਪੰਜਾਬ ਵੱਖਰਾ ਹੁੰਦਾ ਸੀਗਾ, ਤੇ ਅੱਜ ਹੋਇਆ
1966 ਦੇ ਵਿੱਚ, ਤੇ ਉਸ ਦੇ ਵਿੱਚ ਕੀ ਹੋਇਆ ਕਿ ਹਰਿਆਣੇ ਨੂੰ ਤੇ ਪੰਜਾਬ ਨੂੰ ਇੱਕ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਵੱਖ-ਵੱਖ ਕਿਰਦਾਰ ਦੇ ਕੇ ਤੇ ਏਦਾਂ ਭੰਡਿਆ ਜਾ ਰਿਹਾ ਸੀਗਾ ਕਿ ਏਦਾਂ ਲੱਗਦਾ ਸੀਗਾ ਕਿ ਹਰਿਆਣੇ ਵਾਲੇ ਵੀ ਸਾਡੇ ਤੋਂ ਵੱਖ ਨੇ। ਪਰ ਉੱਥੇ ਇੱਕ ਚੀਜ਼ ਬੜੀ ਯੂਨਿਟੀ ਦੇਖੀ ਕਿ ਵਾਕਈ ਦੇ ਪਤਾ ਲੱਗ ਗਿਆ ਕਿ ਹਰਿਆਣੇ ਵਾਲੇ ਨੇ ਜਦੋਂ ਇੱਕ ਗੱਲ ਕਹੀ ਨਾ, ਪੰਜਾਬ ਮਾਰਾ ਬੜਾ ਭਾਈ ਹੈ ਭਾਈ, ਤੇ ਉੱਥੋਂ ਦੇ ਉਹ ਸ਼ਬਦ ਬੜਾ ਮਸ਼ਹੂਰ ਚ ਹੈ, ਗਾਣਿਆਂ ਦੇ ਵਿੱਚ ਵੀ ਦਰੁਸਤ ਇਹੀ ਰਿਹਾ ਜੀ ਉੱਥੇ ਸਿਸਟਮ। ਇਸ ਜਿੱਤ ਦੇ ਵਿੱਚ, ਇਸ ਪੂਰੇ ਅੰਦੋਲਨ ਦੇ ਵਿੱਚ ਕਈ ਸਾਰੀਆਂ ਅਹਿਮ ਗੱਲਾਂ ਹੋਈਆਂ, 2-3 ਜਿਨ੍ਹਾਂ ਦਾ ਮੈਂ ਜ਼ਿਕਰ ਕਰਨਾ ਚਾਹੂੰਗਾ। ਇੱਕ ਤਾਂ ਸੀ ਔਰਤਾਂ ਦੀ ਸ਼ਮੂਲੀਅਤ। ਉਹ ਖਾਸ ਤੌਰ ਤੇ ਉਗਰਾਹਾਂ ਸਾਹਿਬ ਹੁਣੀ ਇਸ ਗੱਲ ਲਈ ਵਧਾਈ ਦੇ ਪਾਤਰ ਹੈ। ਉਹ ਔਰਤਾਂ ਨੂੰ ਬਹੁਤ ਗਾਂਹ ਲੈ ਕੇ ਆਏ ਆ। ਪੀਲੀਆਂ ਚੁੰਨੀਆਂ ਵਾਲੀਆਂ ਔਰਤਾਂ, ਉਹ ਸਭ ਉਹਨਾਂ ਦੇ ਵਲੰਟੀਅਰਸ ਰਹੀਆਂ ਨੇ, ਤੇ ਉਹ ਬੜੇ ਕ੍ਰੀਏਟਿਵਲੀ ਉਹਨਾਂ ਨੇ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਕੀਤਾ। ਮੈਂ ਇੱਕ ਪੇਂਟਿੰਗ ਵੀ ਬਣਾਈ ਸੀ ਜਿਹਦੇ ਚ ਇੱਕ ਬਜ਼ੁਰਗ ਔਰਤ, ਉਹਦੀ ਪੀਲੀ ਚੁੰਨੀ ਥੱਲੇ ਖੇਤ ਬਣ ਰਹੀ ਹੈ ਸਰੋਂ ਦੇ, ਤੇ ਉਹਨਾਂ ਖੇਤਾਂ ਦੇ ਵਿੱਚ ਉਹਦਾ ਮੁੰਡਾ ਕਿਸਾਨੀ ਦਾ ਝੰਡਾ ਚੱਕ ਕੇ ਖੜਾ। ਔਰਤਾਂ ਦੀ ਸ਼ਮੂਲੀਅਤ ਨੇ ਇਸ ਅੰਦੋਲਨ ਨੂੰ ਇੱਕ ਬਹੁਤ ਬੂਸਟ ਦਿੱਤਾ। ਅਸੀਂ ਇਹ ਦਿਖਾਤਾ ਵੀ ਇਹ ਉਹ ਲੋਕ ਨਹੀਂ ਹੈਗੇ ਜਿਹੜੇ ਪਿਛਾਂ ਖਿੱਚੂ ਲੋਕ ਸੀ, ਸਾਡੀਆਂ ਔਰਤਾਂ ਵੀ ਸਾਡੇ ਬਰਾਬਰ ਖੜਦੀਆਂ। ਜਿਵੇਂ ਜਸਵੀਰ ਕੌਰ ਨੱਤ ਜੀ ਵਰਗੀਆਂ ਔਰਤਾਂ ਹਨਾ, ਉਹ ਉੱਥੇ ਟਿੱਕਰੀ ਬਾਰਡਰ ਦੀ ਸਟੇਜ ਸੰਭਾਲਦੀਆਂ ਸੀ ਹਨਾ, ਤੇ ਇੱਧਰਲੇ ਪਾਸੇ ਵੀ ਇਹੀ ਔਰਤਾਂ ਸੀ। ਤੇ ਨੰਬਰ 2 ਜਿਹੜੀ ਗੱਲ ਦਾ ਮੈਂ ਜ਼ਿਕਰ ਕਰਨਾ ਚਾਹੂੰਗਾ ਉਹ ਹੈ ਪੋਲੀਟੀਕਲ ਅਵੇਅਰਨੈਸ। ਜਿਹੜੇ ਲੋਕ ਇੰਨੇ ਦਿਨ ਅੰਦੋਲਨ 'ਚ ਰਹੇ, ਉਹਨਾਂ ਨੇ ਉੱਥੇ ਤਕਰੀਰਾਂ ਸੁਣੀਆਂ, ਉਹਨਾਂ ਨੇ ਉੱਥੇ ਪੋਲੀਟੀਕਲ ਬੰਦਿਆਂ ਦੀਆਂ, ਉਹਨਾਂ ਨੇ ਉੱਥੇ ਵਕੀਲਾਂ ਦੀਆਂ, ਅਧਿਆਪਕਾਂ ਦੀਆਂ, ਕਿਸਾਨ ਯੂਨੀਅਨ ਦੇ ਲੀਡਰਾਂ ਦੀਆਂ ਬਹੁਤ ਤਕਰੀਰਾਂ ਸੁਣੀਆਂ। ਉਹਨਾਂ ਸਾਰਿਆਂ ਕੋਲੇ ਗਿਆਨ ਦਾ ਭੰਡਾਰ ਸੀ ਜਿਨ੍ਹਾਂ ਨੂੰ ਉਹਨਾਂ ਨੇ ਸੁਣਿਆ, ਤੇ ਪੂਰੇ ਗਿਆਨ ਦੇ ਭੰਡਾਰ 'ਚੋਂ ਵੀ ਜਦੋਂ ਅਗਲਾ ਬੋਲਦਾ ਤਾਂ ਨਿਚੋੜ ਕੇ ਸੁਣਾਉਂਦਾ, ਤਾਂ ਉਹਨਾਂ ਕੋਲੇ ਨਿਤਰਿਆ ਹੋਇਆ ਗਿਆਨ ਮਿਲਿਆ ਉਹਨਾਂ ਨੂੰ, ਜਿਹੜੇ ਲੋਕ ਉੱਥੇ ਬੈਠੇ ਸੀ। ਉਹਦਾ ਸਬੂਤ ਇਹ ਹੈ ਕਿ ਮੇਰੀ ਇੱਕ ਪ੍ਰਦਰਸ਼ਨੀ ਲੱਗੀ ਹੋਈ ਸੀ ਉੱਥੇ ਬਾਰਡਰ ਤੇ, ਉਸ 'ਚ ਮੈਂ ਇੱਕ ਕਾਰਟੂਨ ਬਣਾਇਆ ਸੀ ਜਿਹਦੇ 'ਚ ਕਾਰਪੋਰੇਟ ਸੈਕਟਰ ਦੇ 2 ਵੱਡੇ ਨਾਮ ਜਿਹੜੇ ਹਿੰਦੁਸਤਾਨ ਦੇ ਹੈਗੇ ਆ, ਅੰਬਾਨੀ ਤੇ ਅਡਾਨੀ, ਉਹਨਾਂ ਦਾ ਬਣਿਆ ਹੋਇਆ ਸੀ, ਤੇ ਨਾਲ ਹੀ ਸਰਕਾਰ ਦੇ ਵੀ ਕੁਝ ਚਿਹਰੇ ਸੀ। ਹੁਣ ਉਹ ਬੰਦਾ ਦੇਖ ਕੇ ਪਿੰਡ ਦੇ ਬਿਲਕੁਲ ਅਨਪੜ੍ਹ 2 ਬਜ਼ੁਰਗ ਬੰਦੇ ਉਹ ਦੇਖ ਰਹੇ ਉਹਦੇ ਵੱਲ, ਠੀਕ ਹੈ, ਤੇ ਉਹਨਾਂ 'ਚੋਂ ਇੱਕ ਬੰਦਾ ਕਹਿੰਦਾ, ਉਹ ਮੈਂ ਦੱਸਦਾ ਤੈਨੂੰ, ਆਹ ਜਿਹੜੇ ਮੋਦੀ ਹੁਣੀ ਹੈ ਨਾ, ਕਹਿੰਦਾ ਇਹ ਤਾਂ ਉਹੀ ਨਾਮ ਦੇ ਹੀ ਹੈ, ਕਹਿੰਦਾ ਅਸਲ 'ਚ ਤਾਂ ਤਾਰਾਂ ਸਾਰੀਆਂ ਨਾ ਬਾਨੀਆਂ ਡਾਨੀਆਂ ਦੇ ਹੱਥ 'ਚ ਹੈ। ਹੁਣ ਜਦੋਂ ਉਹਦਾ ਇਹ ਕਹਿਣਾ, ਇੱਕ ਪਿੰਡ ਦੇ ਇੱਕ ਅਨਪੜ੍ਹ ਬਜ਼ੁਰਗ ਦਾ ਇਹ ਕਹਿਣਾ, ਇਹ ਸਮਝਣਾ ਕਿ ਕਾਰਪੋਰੇਟ ਸੈਕਟਰ ਰਨ ਕਰ ਰਿਹਾ ਹਨਾ ਸਾਡੀਆਂ ਸਰਕਾਰਾਂ ਨੂੰ, ਇਹ ਪੋਲੀਟੀਕਲ ਅਵੇਅਰਨੈਸ ਦਾ ਸਿਖਰ ਹੈ। ਪੂਰੀ ਗੱਲਬਾਤ ਨੂੰ ਸਮਝ ਜਾਣਾ। ਉਹ ਕਹਿੰਦਾ ਯਾਰ ਇਹਨਾਂ ਨੇ ਜਦੋਂ ਤੱਕ ਇਹ ਨਹੀਂ ਨਾ ਢਿੱਲੀ ਛੱਡਣਗੇ ਡੋਰੀ ਇਹਨਾਂ ਦੀ, ਇਹਨੇ ਕਿੱਥੋਂ ਵਾਪਸ ਕਰਨੇ ਆ ਹਨਾ। ਉਹ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਹੁਣ, ਪਰ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਉਹ ਪੋਲੀਟੀਕਲ ਅਵੇਅਰਨੈਸ ਕੰਟੀਨਿਊ ਹੋ ਕੇ ਪੰਜਾਬ ਦੀਆਂ ਵਿੱਚ ਆਉਣ ਵਾਲੀਆਂ ਚੋਣਾਂ 'ਚ ਕੰਮ ਕਰੂਗੀ ਕਿ ਨਹੀਂ, ਕਿ ਅਸੀਂ ਫੇਰ ਉਹੀ ਲੋਕ ਬਣ ਜਾਾਂਗੇ ਜੋ ਹੁਣ ਹਾਲਤ ਚੱਲ ਰਹੀ ਹੈ ਇਲੈਕਸ਼ਨਸ ਦੇ ਦੌਰ 'ਚ। ਮੇਰਾ ਹੁਣ ਚਿੱਤਰ ਇੱਕ ਦਿਮਾਗ 'ਚ ਬਣਿਆ ਹੋਇਆ, ਕੁਝ ਨਿੱਜੀ ਰੁਝੇਵਿਆਂ ਕਰਕੇ ਮੈਂ ਉਹਨੂੰ ਬਣਾ ਨਹੀਂ ਸਕਿਆ। ਮਤਲਬ ਜਿਹੜਾ ਤੁਸੀਂ ਚਿੱਤਰ ਦੀ ਗੱਲ ਕਰ ਰਹੇ ਹੋ ਉਹ ਯੂਨਿਟੀ ਨੂੰ ਲੈ ਕੇ ਹੋ ਸਕਦਾਗਾ, ਮੈਂ ਜੇ ਗੈਸ ਕਰ ਰਿਹਾ ਯੂਨਿਟੀ ਜਿਹੜੀ ਹੈ, ਜਿਹੜੀ ਉੱਥੇ ਦਿਖਾਈ ਆ, ਉਹ ਯੂਨਿਟੀ ਹੁਣ ਦੁਬਾਰਾ ਪੰਜਾਬ ਦੇ ਵਿੱਚ 2022 ਦੀ ਇਲੈਕਸ਼ਨ ਦੇ ਵਿੱਚ ਹੋਣੀ ਚਾਹੀਦੀ ਹੈ। ਪਰ ਮੇਰਾ ਜਿਹੜਾ ਚਿੱਤਰ ਆ ਥੋੜਾ ਜਿਹਾ ਡਿਫਰੈਂਟ ਆ। ਉਹ ਇਹ ਹੈ ਕਿ ਇੱਕ ਕਿਸਾਨ ਭਮੱਤਰਿਆ ਹੋਇਆ ਵਿਚਾਰਾ ਬੈਠਾ, ਹੱਥ 'ਚ ਉਹਦੇ ਉਹੀ ਝੰਡਾ, ਤੇ ਉਹਦੇ ਚਾਰੇ ਪਾਸੇ ਭੁੱਖੇ ਭੇੜੀਏ ਫਿਰਦੇ ਆ, ਚੱਕਰ ਕੱਢਦੇ ਨੇ। ਉਹ ਜਿਹੜਾ ਕਿਸਾਨ ਹੈ ਉਹ ਸਿਰਫ ਕਿਸਾਨਾਂ ਨੂੰ ਨਹੀਂ, ਉਹ ਪੰਜਾਬ ਦੇ ਸਧਾਰਨ ਲੋਕਾਂ ਨੂੰ ਰਿਪਰੈਜ਼ੈਂਟ ਕਰਦਾ, ਤੇ ਜਿਹੜੇ ਉਹ ਭੇੜੀਏ ਆ ਉਹ ਸਾਡੀਆਂ ਪੋਲੀਟੀਕਲ ਪਾਰਟੀਆਂ। ਔਰ ਤੁਸੀਂ ਦੇਖੋ, ਮੈਨੂੰ ਅਫਸੋਸ ਦੀ ਗੱਲ ਹੈ ਕਿ ਮੈਨੂੰ ਇੱਕ ਵੀ ਪੋਲੀਟੀਕਲ ਪਾਰਟੀ ਇਹੋ ਜਿਹੀ ਨਹੀਂ ਦਿਖ ਰਹੀ ਜਿਹੜੀ ਕਹਿ ਰਹੀ ਹੋਵੇ ਕਿ ਅਸੀਂ ਜਿਹੜੇ ਆ ਕਿਸਾਨੀ 3 ਕਾਨੂੰਨ ਵਾਪਸ ਹੋਏ ਆ, ਕੋਈ ਜਿੱਤ ਨਹੀਂ ਬਹੁਤ ਵੱਡੀ, ਇਹ ਸਾਡੀ, ਅਸੀਂ ਇੱਕ ਤਰੀਕੇ ਨਾਲ ਜਿੱਤ ਵੱਡੀ ਮੰਨਦੇ ਆ ਕਿ ਸਾਡੇ ਸੰਘਰਸ਼ ਦੀ ਜਿੱਤ ਹੈ, ਪਰ ਸਿਰਫ 3 ਕਾਨੂੰਨ ਵਾਪਸ ਹੋਣਾ ਕੋਈ ਵੱਡੀ ਜਿੱਤ ਨਹੀਂ, ਸਾਡੇ ਸੰਘਰਸ਼ ਦੀ ਜਿੱਤ ਹੋਣਾ ਵੱਡੀ ਜਿੱਤ ਹੈ। 3 ਕਾਨੂੰਨ ਜੇ ਵਾਪਸ ਹੋ ਗਏ ਤਾਂ ਕੀ ਉਹਦੇ ਨਾਲ ਸਾਡੀਆਂ ਸਮੱਸਿਆਵਾਂ ਹੱਲ ਹੋ ਗਈਆਂ? ਨਹੀਂ। ਇਹਨਾਂ ਚੋਂ ਕਿਹੜੀ ਪੋਲੀਟੀਕਲ ਪਾਰਟੀ ਨੇ ਇਹ ਸਕੀਮ ਲਿਆਂਦੀ ਹੈ ਕਿ ਅਸੀਂ ਕਿਸਾਨੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਇਹ ਅਸੀਂ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਪੁਆਇੰਟਸ ਨੁਕਤੇ ਲੈ ਕੇ ਆ ਰਹੇ ਹਾਂ? ਨੰਬਰ 1।
ਨੰਬਰ 2, ਕਿਹੜੀ ਪੋਲੀਟੀਕਲ ਪਾਰਟੀ ਨੇ ਕਿਹਾ ਕਿ ਅਸੀਂ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਇੰਡਸਟਰੀ ਲਿਆਵਾਂਗੇ ਕਿ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ? ਕਿਸੇ ਨੇ ਨਹੀਂ ਕਿਹਾ। ਕਿਸੇ ਪੋਲੀਟੀਕਲ ਪਾਰਟੀ ਨੇ ਇਹ ਨਹੀਂ ਕਿਹਾ ਕਿ ਅਸੀਂ ਇਦਾਂ ਦੀਆਂ ਯੂਨੀਵਰਸਿਟੀਆਂ ਇੱਥੇ ਖੋਲਾਂਗੇ ਜਿਹਦੇ ਨਾਲ ਸਾਨੂੰ ਕੰਮ ਕਰਨ ਯੋਗ ਸਾਨੂੰ ਐਜੂਕੇਸ਼ਨ ਦਿੱਤੀ ਜਾ ਸਕੇ। ਇਹ ਕਿਸੇ ਯੂਨੀਵਰਸਿਟੀ ਖੋਲਣ ਦਾ ਕਿਸੇ ਪੋਲੀਟੀਕਲ ਪਾਰਟੀ ਨੇ ਐਲਾਨ ਨਹੀਂ ਕੀਤਾ। ਉਹ ਐਲਾਨ ਕੀ ਕਰ ਰਿਹਾ ਕਿ ਤੁਹਾਨੂੰ ਆਹ ਚੀਜ਼ ਮੁਫਤ ਦੇ ਦਾਂਗੇ, ਉਹ ਚੀਜ਼ ਮੁਫਤ ਦੇ ਦਾਂਗੇ। ਇੱਕ ਦੂਜੇ ਤੋਂ ਉੱਤੇ ਵੱਧ ਕੇ ਬੋਲ ਰਹੇ। ਜਿਹੜੀ ਚੀਜ਼ ਮੰਗੀ ਨਹੀਂ ਉਹ ਦਿੰਦੇ। ਜਿਹੜੀ ਚੀਜ਼ ਮੰਗੀ ਨਹੀਂ। ਆਪਾਂ ਗੁਰਪ੍ਰੀਤ ਜੀ, ਜੇਕਰ ਆਪਾਂ ਚਲੋ ਸਿਆਸਤ ਦੀਆਂ ਤਾਂ ਗੱਲਾਂ ਜੇਕਰ ਆਪਾਂ ਕਰਨ ਬਹਿ ਜਾਈਏ ਤਾਂ ਮੈਨੂੰ ਲੱਗਦਾ ਸਮਾਂ ਬੜਾ ਲੰਘ ਜਾਂਦਾ, ਪਰ ਲੇਕਿਨ ਆਪਾਂ ਉਹਨਾਂ ਨੂੰ ਯਾਦ ਇੱਕ ਵਾਰ ਜ਼ਰੂਰ ਕਰ ਲਈਏ ਜਿਨ੍ਹਾਂ ਦੀ ਸ਼ਾਇਦ ਆਪਾਂ ਗੱਲ ਨਹੀਂ ਕਰ ਪਾਏ ਹਾਂ ਹਜੇ ਤੱਕ। ਮੈਨੂੰ ਲੱਗਦਾ ਕਿ ਬਹੁਤ ਸਾਰੇ ਚਿਹਰੇ ਐਸੇ ਨੇ ਜਿਨ੍ਹਾਂ ਨੂੰ ਅਜੇ ਯਾਦ ਕਰਨਾ ਬਣਦਾ ਇਸ ਖੇਤੀ ਕਾਨੂੰਨ ਦੇ ਵਿੱਚ, ਜਿਨ੍ਹਾਂ ਨੇ ਆਪਣਾ ਯੋਗਦਾਨ ਦਿੱਤਾ ਸੀ ਰੱਦ ਕਰਾਉਣ ਦੇ ਲਈ। ਫਿਲਹਾਲ ਤੁਸੀਂ ਕਹਿੰਦੇ ਹੋ ਕਿ ਵੀ ਜਿੱਤ ਐਡੀ ਵੱਡੀ ਹਜੇ ਨਹੀਂ ਹੋਈ ਹੈ, ਕਿ ਫਿਲਹਾਲ ਸਮਾਂ ਹਜੇ ਹੋਰ ਬਾਕੀ ਹੈ, ਪੰਜਾਬ ਨੂੰ ਬਚਾਉਣਾ ਬਾਕੀ ਹੈ, ਪੰਜਾਬ ਨੂੰ ਉਭਾਰਨਾ ਬਾਕੀ ਹੈ ਹਜੇ। ਤੇ ਇਹਦੇ ਵਿੱਚ ਤੁਹਾਡਾ ਕੀ ਸੋਚ ਕਹਿੰਦੀ ਹੈਗੀ ਕਿ ਜੋ ਹਜੇ ਕਿਸਾਨਾਂ ਨੂੰ ਕਰਨੀ ਚਾਹੀਦੀ ਹੈ? ਦੇਖੋ, ਸਭ ਤੋਂ ਮੈਂ ਜਿਹੜੇ ਉਹ ਪੁਆਇੰਟ ਤੁਹਾਡੇ ਨਾਲ ਡਿਸਕਸ ਕਰ ਰਿਹਾ ਸੀ ਉਹਨਾਂ ਚੋਂ ਇੱਕ ਪੁਆਇੰਟ ਇਹ ਵੀ ਸੀ ਕਿ ਜਿਹੜੇ ਸਾਡੇ ਕਿਸਾਨ ਉੱਥੇ ਸ਼ਹੀਦ ਹੋਏ ਆ ਉਹਨਾਂ ਨੂੰ ਵੀ ਸਲਾਮ ਕਰਨੀ ਬਣਦੀ ਹੈ। ਮੈਂ ਉਹਨਾਂ ਨੂੰ ਸਲਾਮ ਕਰਨ ਲਈ ਇੱਕੋ ਪਿੱਛੇ ਵੀ ਚਿੱਤਰ ਲੱਗਿਆ ਹੋਇਆ, ਹਲ ਦੇ ਨਾਲ ਇੱਕ ਕਿਸਾਨ ਦਾ ਚਿੱਤਰ ਟੰਗਿਆ ਹੋਇਆ, ਤੁੱਤੋਂ ਦੀ ਹਾਰ ਪਾਇਆ ਹੋਇਆ, ਪਿੱਛੇ ਭਾਵੇਂ ਬਿਜਲੀਆਂ ਕੜਕ ਰਹੀਆਂ, ਅੱਗੇ ਬਾਰਡਰ ਦੀ ਤਾਰ ਦਿਖਾਈ ਹੋਈ ਹੈ ਨਾ। ਮੇਰੀ ਇੱਛਾ ਹੈ ਕਿ ਇੱਕ ਐਸਾ ਸਮਾਰਕ ਬਣੇ, ਔਰ ਇਹਦੀ ਪਲੈਨਿੰਗ ਵੀ ਬਹੁਤ ਜਲਦੀ ਜ਼ਰੂਰਤ ਹੈ ਕਰਨ ਦੀ। ਮੈਂ ਵੀ ਇੱਕ ਦਿਮਾਗ ਦੇ ਵਿੱਚ ਇਹਦੀ ਪੂਰੀ ਇੱਕ ਰੂਪ ਰੇਖਾ ਬਣਾਈ ਹੈ ਕਿ ਇੱਕ ਐਸਾ ਸਮਾਰਕ ਬਣੇ ਜਿਹਦੇ ਨਾਲ ਹੀ ਇੱਕ ਮਿਊਜ਼ੀਅਮ ਵੀ ਬਣੇ, ਉਸ ਦੇ ਵਿੱਚ ਪੂਰੇ ਕਿਸਾਨ ਅੰਦੋਲਨ ਨੂੰ ਸੰਭਾਲਿਆ ਜਾਵੇ। ਇੱਥੇ ਜਿਹੜੀਆਂ ਬੀਬੀਆਂ ਨੇ ਚੁੰਨੀਆਂ ਲਿੱਤੀਆਂ ਹੋਈਆਂ ਸੀ ਉਹ ਚੁੰਨੀ ਵੀ ਇੱਥੇ ਹੋਵੇ, ਜਿਹੜੇ ਵੀਰ ਦੀ ਸਿੰਘ ਦੀ ਪੱਗ ਦਸਤਾਰ ਉਤਰੀ ਸੀ ਤੇ ਉਹਨੇ ਫਿਰ ਵੀ ਜਕਾਰਾ ਲਾਇਆ ਸੀ, ਉਸ ਦੀ ਉਹ ਲਹੂ ਭਿੱਜੀ ਦਸਤਾਰ ਵੀ ਉਸ ਮਿਊਜ਼ੀਅਮ 'ਚ ਹੋਣੀ ਚਾਹੀਦੀ ਹੈ। ਉਸ ਮਿਊਜ਼ੀਅਮ 'ਚ ਸਾਡੇ ਟਰਾਲੀ ਟਾਈਮ ਵਾਲਿਆਂ ਦੇ ਅਖਬਾਰ ਵੀ ਹੋਣੇ ਚਾਹੀਦੇ ਆ ਸੰਭਾਲ ਕੇ ਰੱਖੇ ਹੋਏ। ਉਸ ਮਿਊਜ਼ੀਅਮ 'ਚ ਸਾਡੀਆਂ ਸਾਰੀਆਂ ਕਿਸਾਨ ਯੂਨੀਅਨਾਂ ਦੇ ਝੰਡੇ ਵੀ ਹੋਣੇ ਚਾਹੀਦੇ ਆ। ਉਸ ਮਿਊਜ਼ੀਅਮ ਦੇ ਵਿੱਚ ਸਾਡੇ ਜਿਹੜੇ ਬਾਪੂ ਬੈਠੇ, ਸਾਡੇ ਜਿਹੜੇ ਵੀਰ ਬੈਠੇ ਆ ਹਨਾ, ਉਹਨਾਂ ਦੀਆਂ ਕੁਝ ਨਿਸ਼ਾਨੀਆਂ ਹੋਣੀਆਂ ਚਾਹੀਦੀਆਂ ਨਾ। ਸਾਡੀਆਂ ਜਿਹੜੀਆਂ ਬੀਬੀਆਂ ਬੈਠੀਆਂ ਉਹਨਾਂ ਦੀਆਂ ਨਿਸ਼ਾਨੀਆਂ ਹੋਣੀਆਂ ਚਾਹੀਦੀਆਂ, ਸਾਡੀ ਖਾਲਸਾ ਏਡ ਦੀਆਂ ਨਿਸ਼ਾਨੀਆਂ ਹੋਣੀਆਂ ਚਾਹੀਦੀਆਂ। ਉਹਦੀਆਂ ਉਸੇ ਮਿਊਜ਼ੀਅਮ 'ਚ ਤਸਵੀਰਾਂ ਵੀ ਹੋਣ ਜਿਹੜੀਆਂ ਖਿੱਚੀਆਂ ਗਈਆਂ, ਫੋਟੋਗ੍ਰਾਫਸ। ਉਸ ਮਿਊਜ਼ੀਅਮ ਦੇ ਵਿੱਚ ਪੇਂਟਿੰਗਸ ਹੋਣ ਜਿਹੜੀਆਂ ਇਸ ਦੌਰਾਨ ਬਣਾਈਆਂ ਗਈਆਂ ਹਨਾ। ਇੱਕ ਆਡੀਓ ਵਿਜ਼ੂਅਲ ਕਮਰਾ ਹੋਵੇ ਜਿੱਥੇ ਲਗਾਤਾਰ ਫਿਲਮ ਚੱਲਦੀ ਰਹੇ, ਅੰਦੋਲਨ ਦੀ ਡਾਕੂਮੈਂਟਰੀ। ਤੇ ਇੱਕ ਬਹੁਤ ਵੱਡਾ ਸੋਹਣਾ ਸਮਾਰਕ ਪਲਾਨ ਕੀਤਾ ਜਾਵੇ, ਜਿਵੇਂ ਜਲਿਆਂਵਾਲੇ ਬਾਗ ਦੀ ਲੌ ਹੈ ਨਾ ਵੱਡੀ ਸਾਰੀ ਬਣਾਈ ਹੋਈ, ਉਹੋ ਜਿਹਾ ਇੱਕ ਸੋਹਣਾ ਇੱਕ ਡਿਜ਼ਾਈਨ ਕੀਤਾ ਜਾਵੇ, ਆਰਟਿਸਟਿਕ ਸਮਾਰਕ, ਘੱਟੋ ਘੱਟ ਤੁਸੀਂ ਕਹਿ ਲਓ 100 ਫੁੱਟ ਉੱਚਾ, ਜਿਹਨੂੰ ਦੂਰੋਂ ਦੇਖ ਕੇ ਪਤਾ ਲੱਗੇ ਕਿ ਉੱਥੇ ਫਲਾਨਾ ਸਮਾਰਕ ਹੈ। ਇਹ ਇਸ ਲਈ ਨਹੀਂ ਕਿ ਜਿਵੇਂ ਕੋਈ ਬੁੱਤ ਬਣਾਏ ਜਾ ਰਹੇ ਆ, ਉਵੇਂ ਨਹੀਂ। ਇੱਕ ਇਸ ਲਈ ਕਿ ਸਾਨੂੰ ਪ੍ਰੇਰਨਾ ਮਿਲੇ ਗਾਂ ਕਿ ਭਾਈ ਲੜਨ ਬਾਝੋਂ ਕੁਛ ਨਹੀਂ ਮਿਲਦਾ। ਮਾਂ ਵੀ ਮੰਗੇ ਬਗੈਰ ਦੁੱਧ ਨਹੀਂ ਦਿੰਦੀ ਹਨਾ। ਸਾਨੂੰ ਆਪਣੇ ਹੱਕ ਲੈਣੇ ਆਉਣੇ ਚਾਹੀਦੇ ਆ। ਅਸੀਂ ਇਹਨਾਂ ਤੋਂ, ਇਹ ਲੋਕ ਹੈ ਜਿਹੜੇ ਇਹਨਾਂ ਤੋਂ ਸਿੱਖੀਏ ਵੀ ਹੱਕ ਕਿਵੇਂ ਲਿੱਤੇ ਜਾਂਦੇ ਆ ਹਨਾ। ਹੱਕ ਇਦਾਂ ਮੰਗ ਕੇ ਹਾਕਮ ਦਿੰਦੇ ਨਹੀਂ, ਖੋਣੇ ਪੈਂਦੇ ਆ ਹਨਾ। ਉਹ ਸਿਖਾਊਗਾ ਸਾਨੂੰ, ਉਹ ਮਿਊਜ਼ੀਅਮ ਸਾਨੂੰ ਉਹ ਸਮਾਰਕ ਸਿਖਾਊਗਾ। ਉਹ ਸਮਾਰਕ ਦੀ ਬਹੁਤ ਜ਼ਰੂਰਤ ਹੈ। ਬਹੁਤ ਸਾਰੇ ਲੋਕ ਜੁੜੇ ਅੱਗੇ ਆ ਕੇ ਆਪਾਂ ਹੱਥ ਜੋੜੀਏ, ਸਿਰ ਜੋੜੀਏ, ਹੱਥਾਂ ਤੋਂ ਵੀ ਪਹਿਲਾਂ ਸਿਰ ਜੋੜੀਏ। ਸਿਰ ਜੋੜ ਕੇ ਇੱਕ ਐਸੀ ਪਲੈਨਿੰਗ ਕਰੀਏ ਕਿ ਅਸੀਂ ਉਹ ਸਮਾਰਕ ਖੜਾ ਕਰੀਏ। ਉਹ ਗਾਂ ਚੱਲਣ ਵਾਲੇ ਸੰਘਰਸ਼ਾਂ ਦੀ ਵੀ ਰੂਪ ਰੇਖਾ ਉੱਥੋਂ ਤੈਅ ਹੋਵੇ, ਉੱਥੇ ਮੀਟਿੰਗਾਂ ਹੋਣ ਜਿੱਥੋਂ ਅਗਾਂਹ ਦਾ ਕੰਮ ਚੱਲੇ। ਸੋ ਗੁਰਪ੍ਰੀਤ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਗੱਲਬਾਤ ਕਰਨ ਦੇ ਲਈ। ਤਾਂ ਦੇਖੋ, ਇਹ ਨੇ ਗੁਰਪ੍ਰੀਤ ਆਰਟਿਸਟ ਜੀ ਜਿਨ੍ਹਾਂ ਨਾਲ ਅਸੀਂ ਇਹ ਗੱਲਬਾਤ ਕਿਸਾਨੀ ਅੰਦੋਲਨ ਨੂੰ ਲੈ ਕੇ ਕਰ ਰਹੇ ਸੀ, ਤੇ ਇਹਨਾਂ ਨੇ ਜੋ ਸੋਚ ਆਪਣੀ ਰੱਖੀ ਆ ਕਿ ਇਸ ਕਿਸਾਨੀ ਅੰਦੋਲਨ ਨੂੰ, ਇਸ ਵੱਡੀ ਜਿੱਤ ਨੂੰ ਜ਼ਿੰਦਾ ਰੱਖਣ ਦੇ ਲਈ ਸਮਾਰਕ ਹੋਣਾ ਲਾਜ਼ਮੀ ਹੈ। ਸੋ ਇਹਨਾਂ ਨੇ ਜੋ ਆਪਣੇ ਸ਼ਬਦ ਕਹੇ ਨੇ ਕਿ ਜਿਸ ਦੇ ਵਿੱਚ ਇਹ ਕਿਸਾਨੀ ਆਗੂ ਨੇ, ਜੋ ਕਿਸਾਨ ਅੰਦੋਲਨ ਦੇ ਵਿੱਚ ਜੋ ਆਗੂ ਜਿਨ੍ਹਾਂ ਨੇ ਅਗਵਾਈ ਕੀਤੀ ਇਸ ਅੰਦੋਲਨ ਦੇ ਵਿੱਚ, ਤੇ ਉਹਨਾਂ ਨੂੰ ਇਸ ਸੋਚ ਨੂੰ ਲੈ ਕੇ ਇਸ ਦੇ ਲਈ ਉਪਰਾਲਾ ਕਰਨਾ ਚਾਹੀਦਾ ਹੈ ਕਿ ਇਸ ਸਮਾਰਕ ਨੂੰ ਬਣਾਉਣਾ ਚਾਹੀਦਾ ਜੋ ਕਿਸਾਨੀ ਅੰਦੋਲਨ ਨੂੰ ਆਉਣ ਵਾਲੀ ਪੀੜ੍ਹੀਆਂ ਦੇ ਲਈ ਬਰਕਰਾਰ ਰੱਖ ਸਕੇ, ਇੱਕ ਐਗਜ਼ਾਮਪਲ, ਇੱਕ ਉਦਾਹਰਣ ਕਾਇਮ ਕਰ ਸਕੇ।
ਸਹਿਯੋਗੀ ਗੌਰਵ ਦੇ ਨਾਲ ਗੌਤਮ ਕੁਮਾਰ ਤੁਸੀਂ ਵੇਖ ਰਹੇ ਹੋ ਔਨ 에ਅਰ ਬਠਿੰਡਾ।